ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਾਡੀ ਅੱਜ ਦੀ ਕਹਾਣੀ ਹੈ ਬੁੱਢੇ ਪਿਤਾ ਦੀ ਅਨੋਖੀ ਵਸੀਅਤ। ਰਾਮ ਲਾਲ ਜੀ ਆਪਣੇ ਕਮਰੇ ਵਿੱਚ ਆਪਣੀ ਪਤਨੀ ਜਾਨਕੀ ਜੀ ਦੇ ਨਾਲ ਬੈਠੇ ਹੋਏ ਰੋਜ਼ਾਨਾ ਦੀ ਤਰ੍ਹਾਂ ਨਾਲ ਆਪਣੇ ਕਾਰੋਬਾਰ ਦਾ ਹਾਲ ਚਾਲ ਸੁਣਾ ਰਹੇ ਸੀ। ਇੰਨੇ ਵਿੱਚ ਵੱਡਾ ਪੁੱਤ ਆਇਆ ਤੇ ਬੋਲਿਆ, ਪਿਤਾ ਜੀ ਜਰਾ ਮੈਨੂੰ ਤਿਜੋਰੀ ਦੀ ਚਾਬੀ ਦਿਓ। ਕਿਉਂ, ਕੀ ਹੋਇਆ? ਕਿਉਂ ਚਾਹੀਦੀ ਏ ਤੈਨੂੰ ਚਾਬੀ? ਕੁਝ ਨਹੀਂ, ਬਸ 15,000 ਰੁਪਏ ਚਾਹੀਦੇ ਨੇ ਪਿਤਾ ਜੀ। ਤੁਹਾਨੂੰ ਤਾਂ ਪਤਾ ਹੈ ਕਿ ਮੈਂ ਗੱਡੀ ਦੀ ਰਿਪੇਅਰ ਕਰਵਾਉਣੀ ਹੈ। ਚੰਗਾ ਠੀਕ ਹੈ, ਰਾਮ ਲਾਲ ਨੇ ਆਪਣੀ ਪਤਨੀ ਜਾਨਕੀ ਨੂੰ ਕਿਹਾ, ਚਾਬੀ ਦਿਓ। ਜਾਨਕੀ ਨੇ ਆਪਣੀ ਕਮਰ ਵਿੱਚੋਂ ਚਾਬੀ ਦਾ ਗੁੱਛਾ ਕੱਢ ਕੇ ਦਿੰਦੀ ਹੈ। ਵੱਡਾ ਪੁੱਤ ਹਜੇ ਜਾਂਦਾ ਹੀ ਏ ਕਿ ਇੰਨੇ ਵਿੱਚ ਛੋਟਾ ਪੁੱਤ ਆ ਜਾਂਦਾ ਹੈ। ਛੋਟਾ ਪੁੱਤ ਕਹਿੰਦਾ ਹੈ, ਪਿਤਾ ਜੀ ਬੱਚਿਆਂ ਦੀ ਫੀਸ ਭਰਨੀ ਹੈ, 20,000 ਰੁਪਏ ਚਾਹੀਦੇ ਨੇ, ਜਰਾ ਦੇ ਦਿਓ। ਮੇਰੀ ਤਨਖਾਹ ਆਈ ਨਹੀਂ ਹਲੇ ਤੱਕ, ਜਦੋਂ ਆਵੇਗੀ ਤਦ ਤੁਹਾਨੂੰ ਵਾਪਸ ਜ਼ਰੂਰ ਕਰ ਦੇਵਾਂਗਾ। ਪਿਤਾ ਜੀ ਸਭ ਕੁਝ ਜਾਣਦੇ ਸੀ, ਸਭ ਸਮਝਦੇ ਸੀ ਕਿ ਮੇਰੇ ਦੋਵੇਂ ਪੁੱਤ ਕੀ ਕਰ ਰਹੇ ਨੇ, ਪਰ ਇਹ ਸੋਚ ਕੇ ਚੁੱਪ ਕਰ ਜਾਂਦੇ ਸੀ ਕਿ ਕੀ ਫਰਕ ਪੈਂਦਾ ਹੈ ਤਾਂ ਮੇਰੇ ਹੀ ਬੱਚੇ। ਵੈਸੇ ਤਾਂ ਰਾਮ ਲਾਲ ਜੀ ਕਦੇ ਮਨਾ ਨਹੀਂ ਕਰਦੇ ਸੀ ਤਿਜੋਰੀ ਦੀ ਚਾਬੀ ਦੇਣ ਨੂੰ, ਪਰ ਕਦੇ ਕਾਰਨ ਪੁੱਛ ਵੀ ਲੈਂਦੇ ਸੀ ਤਾਂ ਬੱਚੇ ਕਹਿੰਦੇ ਕਿ ਪਿਤਾ ਜੀ ਤੁਹਾਨੂੰ ਸਾਡੇ ਤੇ ਭਰੋਸਾ ਨਹੀਂ ਹੈ। ਇਸ ਗੱਲ ਤੇ ਰਾਮ ਲਾਲ ਜੀ ਹੱਸ ਪੈਂਦੇ। ਜਾਨਕੀ ਜੀ ਹਮੇਸ਼ਾ ਉਹਨਾਂ ਨੂੰ ਟੋਕਦੀ ਰਹਿੰਦੀ ਸੀ ਕਿ ਬੱਚਿਆਂ ਤੇ ਸਭ ਕੁਝ ਨਾ ਲਟਾਓ, ਪਰੰਤੂ ਰਾਮ ਲਾਲ ਜੀ ਇੱਕ ਨਹੀਂ ਸੀ ਸੁਣਦੇ। ਜਾਨਕੀ, ਤੂੰ ਤਾਂ ਜਾਣਦੀ ਹੈ ਕਿ ਮੇਰੇ ਬੱਚੇ ਮੇਰੀ ਜਾਨ ਨੇ, ਪਰ ਜੀ ਆਪਣੇ ਬੁਢਾਪੇ ਦੇ ਲਈ ਵੀ ਤਾਂ ਕੁਝ ਚਾਹੀਦਾ ਏ ਨਾ। ਜਾਨਕੀ, ਤੂੰ ਬੁਢਾਪੇ ਦੀ ਚਿੰਤਾ ਨਾ ਕਰ, ਆਪਣੇ ਦੋਵੇਂ ਪੁੱਤ ਬੜੇ ਹੋਣਹਾਰ ਨੇ, ਬਹੁਤ ਪਿਆਰ ਕਰਦੇ ਨੇ ਸਾਡੇ ਨਾਲ। ਜੋ ਸੰਸਕਾਰ ਅਸੀਂ ਆਪਣੇ ਬੱਚਿਆਂ ਨੂੰ ਦਿੱਤੇ ਨੇ, ਉਹਨਾਂ ਦੇ ਰਹਿੰਦੇ ਸਾਨੂੰ ਕੋਈ ਪਰੇਸ਼ਾਨੀ ਆ ਹੀ ਨਹੀਂ ਸਕਦੀ। ਜਾਨਕੀ ਜੀ ਇਸ ਗੱਲ ਤੇ ਚੁੱਪ ਕਰ ਜਾਂਦੀ, ਪਰ ਮਨ ਵਿੱਚ ਕਿਤੇ ਨਾ ਕਿਤੇ ਵਿਚਾਰ ਤਾਂ ਚੱਲਦੇ ਹੀ ਰਹਿੰਦੇ ਸੀ। ਉਹ ਸੋਚਦੀ ਕਿ ਇਹ ਵੀ ਕਿੰਨੇ ਭੋਲੇ ਨੇ, ਅੱਜ ਦੇ ਜ਼ਮਾਨੇ ਵਿੱਚ ਆਪਣੇ ਲਈ ਕੁਝ ਨਾ ਕੁਝ ਬਚਾ ਕੇ ਜ਼ਰੂਰ ਰੱਖਣਾ ਚਾਹੀਦਾ ਏ। ਪੁੱਤ ਤਾਂ ਆਪਣੇ ਹੀ ਨੇ, ਪਰ ਨੂੰਹਾਂ ਤਾਂ ਪਰਾਏ ਘਰ ਤੋਂ ਆਈਆਂ ਨੇ, ਤੇ ਤੁਹਾਡੇ ਨਾਲੋਂ ਜ਼ਿਆਦਾ ਮੈਂ ਆਪਣੀਆਂ ਨੂੰਹਾਂ ਨੂੰ ਚੰਗੇ ਤਰੀਕੇ ਨਾਲ ਜਾਣਦੀ ਹਾਂ। ਇਹੀ ਸਭ ਵਿਚਾਰ ਆਪਣੇ ਮਨ ਦੇ ਵਿੱਚ ਕਰਦੀ ਹੋਈ ਜਾਨਕੀ ਜੀ ਆਪਣੇ ਪਤੀ ਨੂੰ ਦੇਖੀ ਜਾ ਰਹੀ ਸੀ। ਇੰਨੇ ਵਿੱਚ ਰਾਮ ਲਾਲ ਜੀ ਨੇ ਚੁਟਕੀ ਵਜਾਉਂਦੇ ਹੋਏ ਉਹਨਾਂ ਦੇ ਵਿਚਾਰਸ਼ੀਲਤਾ ਦੇ ਕਰਮ ਨੂੰ ਭੰਗ ਕਰ ਦਿੱਤਾ। ਜਾਨਕੀ ਜੀ ਆਪਣੇ ਵਿਚਾਰਾਂ ਦੀ ਦੁਨੀਆ ਤੋਂ ਬਾਹਰ ਆਈ। ਰਾਮ ਲਾਲ ਜੀ ਬੋਲੇ, ਜਾਨਕੀ ਕਿੱਥੇ ਗੁੰਮ ਹੋ ਗਈ ਸੀ? ਮੇਰੀ ਚਾਹ ਦਾ ਟਾਈਮ ਹੋ ਗਿਆ ਏ, ਅੱਜ ਮਿਲੇਗੀ ਜਾਂ ਆਪ ਹੀ ਬਣਾ ਲਵਾਂ? ਜਾਨਕੀ ਜੀ ਬੋਲੀ, ਤੁਸੀਂ ਕਿਉਂ ਚਾਹ ਬਣਾਓਗੇ? ਮੈਂ ਰਾਜੂ ਨੂੰ ਆਵਾਜ਼ ਦੇ ਦਿੰਦੀ ਹਾਂ, ਉਹ ਬਣਾ ਦੇਵੇਗਾ ਚਾਹ। ਦਰਅਸਲ ਜਾਨਕੀ ਜੀ ਨੇ ਰਸੋਈ ਘਰ ਅਤੇ ਘਰ ਦੇ ਦੂਜੇ ਕੰਮਾਂ ਨੂੰ ਕਰਨ ਲਈ 16-17 ਸਾਲ ਦਾ ਨੌਕਰ ਰਾਜੂ ਰੱਖਿਆ ਹੋਇਆ ਸੀ, ਤਾਂ ਕਿ ਨੂੰਹਾਂ ਉੱਤੇ ਕੰਮ ਦਾ ਬੋਝ ਨਾ ਪਵੇ। ਅਤੇ ਫਿਰ ਇਸ ਉਮਰ ਵਿੱਚ ਜਾਨਕੀ ਜੀ ਆਪ ਵੀ ਤਾਂ ਜ਼ਿਆਦਾ ਕੰਮ ਨਹੀਂ ਕਰ ਸਕਦੀ ਸੀ। ਜਾਨਕੀ ਜੀ ਬੋਲੀ, ਰਾਮ ਲਾਲ ਜੀ ਨੂੰ ਅਤੇ ਵੈਸੇ ਵੀ ਚਾਹ ਬਣਾਉਣੀ ਆਉਂਦੀ ਵੀ ਹੈ ਤੁਹਾਨੂੰ, ਜੋ ਤੁਸੀਂ ਆਪ ਬਣਾਉਣ ਦੀ ਗੱਲ ਕਰਦੇ ਹੋ। ਸ਼੍ਰੀਮਤੀ ਜੀ ਮੈਨੂੰ ਚੈਲੰਜ ਨਾ ਕਰੋ, ਬਹੁਤ ਵਧੀਆ ਚਾਹ ਬਣਾਉਂਦਾ ਹਾਂ ਮੈਂ, ਅੱਜ ਤੁਹਾਨੂੰ ਮੈਂ ਹੀ ਚਾਹ ਬਣਾ ਕੇ ਪਿਆਉਂਦਾ ਹਾਂ। ਇਹ ਕਹਿੰਦੇ ਹੋਏ ਰਾਮ ਲਾਲ ਜੀ ਰਸੋਈ ਵਿੱਚ ਜਾ ਕੇ ਚਾਹ ਬਣਾਉਣ ਲੱਗੇ ਤਾਂ ਇੰਨੇ ਵਿੱਚ ਰਾਜੂ ਆ ਗਿਆ। ਅਰੇ ਬਾਬੂ ਜੀ, ਮੈਂ ਕਿਸ ਲਈ ਹਾਂ, ਮੈਂ ਬਣਾਉਂਦਾ ਹਾਂ ਚਾਹ। ਰਾਮ ਲਾਲ ਜੀ ਬੋਲੇ, ਨਹੀਂ, ਅੱਜ ਦੀ ਚਾਹ ਮੈਂ ਬਣਾਵਾਂਗਾ ਤੇ ਤੈਨੂੰ ਵੀ ਪਿਲਾਵਾਂਗਾ। ਇਹ ਕਹਿੰਦੇ ਹੋਏ ਰਾਮ ਲਾਲ ਜੀ ਚੁੱਲ੍ਹਾ ਜਲਾਉਣ ਲੱਗੇ, ਨਾਲ ਹੀ ਆਪਣੀ ਪਤਨੀ ਦੇ ਲਈ ਗਾਣਾ ਵੀ ਗਾਉਣ ਲੱਗੇ। ਬਾਹਰ ਦੋਵੇਂ ਨੂੰਹਾਂ ਆਪਣਾ ਹਾਸਾ ਬੜੀ ਮੁਸ਼ਕਲ ਨਾਲ ਰੋਕ ਕੇ ਖੜੀਆਂ ਸੀ। ਸ਼ਾਮ ਨੂੰ ਜਾਨਕੀ ਜੀ ਅਤੇ ਰਾਮ ਲਾਲ ਜੀ ਰੋਜ਼ ਦੀ ਤਰ੍ਹਾਂ ਸੈਰ ਸਪਾਟਾ ਕਰਨ ਲਈ ਬਾਹਰ ਨਿਕਲੇ। ਜਾਨਕੀ ਜੀ ਆਪਣੇ ਆਪ ਨੂੰ ਬਹੁਤ ਭਾਗਿਆਸ਼ਾਲੀ ਮਹਿਸੂਸ ਕਰ ਰਹੀ ਸੀ।
ਕਿ ਉਹਨਾਂ ਨੂੰ ਰਾਮ ਲਾਲ ਜੈਸਾ ਸੁਲਝਿਆ ਹੋਇਆ ਇਨਸਾਨ ਮਿਲਿਆ ਹੈ। ਪਰ ਕਹਿੰਦੇ ਨੇ ਕਿ ਕਦੇ-ਕਦੇ ਆਪਣੀ ਕਿਸਮਤ ਨੂੰ ਆਪਣੀ ਹੀ ਨਜ਼ਰ ਲੱਗ ਜਾਂਦੀ ਏ। ਹਲੇ ਥੋੜੀ ਦੂਰ ਹੀ ਨਿਕਲੇ ਸੀ ਕਿ ਦੇਖਿਆ ਸਾਹਮਣੇ ਤੋਂ ਇੱਕ ਤੇਜ਼ ਗਤੀ ਦੀ ਕਾਰ ਬੇਕਾਬੂ ਹੋ ਕੇ ਉਹਨਾਂ ਦੇ ਵੱਲ ਆ ਰਹੀ ਸੀ। ਕੁਝ ਸਮਝ ਪਾਉਂਦੇ ਇਸ ਤੋਂ ਪਹਿਲਾਂ ਹੀ ਕਾਰ ਉਹਨਾਂ ਦੋਨਾਂ ਨੂੰ ਟੱਕਰ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜਦੋਂ ਹੋਸ਼ ਵਿੱਚ ਆਏ ਤਾਂ ਜਾਨਕੀ ਜੀ ਨੇ ਆਪਣੇ ਆਪ ਨੂੰ ਹਸਪੀਟਲ ਦੇ ਬੈੱਡ ਤੇ ਪਾਇਆ। ਦੇਖਿਆ ਤਾਂ ਨਰਸ ਉਹਨਾਂ ਨੂੰ ਡ੍ਰਿਪ ਲਗਾ ਰਹੀ ਸੀ। ਉਹਨਾਂ ਨੇ ਉੱਠਦੇ ਹੀ ਰਾਮ ਲਾਲ ਜੀ ਬਾਰੇ ਪੁੱਛਿਆ ਤਾਂ ਨਰਸ ਨੇ ਉਹਨਾਂ ਨੂੰ ਦੱਸਿਆ ਕਿ ਰਾਮ ਲਾਲ ਜੀ ICU ਵਿੱਚ ਹਨ। ਦਰਅਸਲ ਉਹਨਾਂ ਨੂੰ ਬਹੁਤ ਸੱਟਾਂ ਲੱਗੀਆਂ ਸੀ, ਜਿਸ ਕਾਰਨ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ। ਇਹ ਸੁਣਦੇ ਹੀ ਜਾਨਕੀ ਜੀ ਡ੍ਰਿਪ ਨੂੰ ਲਾ ਕੇ ਇੱਕ ਪਾਸੇ ਸਿੱਟ ਦਿੰਦੀ ਹੈ। ਸੱਟਾਂ ਲੱਗਣ ਦੇ ਬਾਵਜੂਦ ਵੀ ਜਾਨਕੀ ਜੀ ਉੱਠ ਕੇ ਖੜੇ ਹੋ ਜਾਂਦੇ ਨੇ ਤੇ ਚੱਲ ਪਈ। ਇਸੇ ਵਿੱਚ ਵੀ ਇੰਨੀ ਹਿੰਮਤ ਕਿੱਥੇ ਸੀ ਕਿ ਜੋ ਉਹਨਾਂ ਨੂੰ ਕੋਈ ਰੋਕ ਪਾਉਂਦਾ। ਨਰਸ ਅਤੇ ਹਸਪੀਟਲ ਦੇ ਹੋਰ ਕਰਮਚਾਰੀ ਉਹਨਾਂ ਨੂੰ ਪਿੱਛੇ ਤੋਂ ਆਵਾਜ਼ ਲਗਾ ਰਹੇ ਸੀ ਤੇ ਜਾਨਕੀ ਜੀ ਨੂੰ ਜਿਵੇਂ ਕੰਨਾਂ ਤੋਂ ਹੀ ਸੁਣਾਈ ਦੇਣਾ ਬੰਦ ਹੋ ਗਿਆ ਸੀ। ਸਿਰਫ ਤੇ ਸਿਰਫ ਰਾਮ ਲਾਲ ਜੀ ਦੀਆਂ ਪਿਆਰ ਭਰੀਆਂ ਗੱਲਾਂ ਹੀ ਉਹਨਾਂ ਦੇ ਕੰਨਾਂ ਵਿੱਚ ਗੂੰਜ ਰਹੀਆਂ ਸੀ। ਰਾਮ ਲਾਲ ਜੀ ਨੂੰ ਇੰਨੀ ਬੁਰੀ ਹਾਲਤ ਵਿੱਚ ਦੇਖ ਕੇ ਜਾਨਕੀ ਜੀ ਉਹਨਾਂ ਨੂੰ ਦੇਖਦੀ ਹੀ ਰਹਿ ਗਈ। ਕੁਝ ਦੇਰ ਪਹਿਲਾਂ ਜੋ ਰਾਮ ਲਾਲ ਜੀ ਉਹਨਾਂ ਦੇ ਨਾਲ ਹੱਸਦੇ ਤੇ ਗੱਲਾਂ ਕਰਦੇ ਸੈਰ ਕਰਨ ਨਿਕਲੇ ਸੀ, ਉਹ ਹੁਣ ਹਸਪੀਟਲ ਦੇ ਬੈੱਡ ਤੇ ਜ਼ਖਮੀ ਹਾਲਤ ਵਿੱਚ ਪਏ ਸੀ। ਜਾਨਕੀ ਜੀ ਆਪਣੇ ਆਪ ਨੂੰ ਸੰਭਾਲ ਨਾ ਸਕੀ। ਉੱਠੋ ਨਾ, ਤੁਹਾਡੇ ਸਹਾਰੇ ਤਾਂ ਮੈਂ ਆਪਣੀ ਜ਼ਿੰਦਗੀ ਜੀ ਰਹੀ ਸੀ। ਤੁਸੀਂ ਹੀ ਤਾਂ ਮੇਰੇ ਦਿਲ ਦੀਆਂ ਭਾਵਨਾਵਾਂ ਨੂੰ ਸਮਝਦੇ ਹੋ। ਤੁਸੀਂ ਹੀ ਇਸ ਤਰ੍ਹਾਂ ਮੇਰੇ ਨਾਲ ਗੁੱਸੇ ਹੋ ਜਾਓਗੇ ਤਾਂ ਮੇਰਾ ਕੀ ਹੋਵੇਗਾ। ਇਹ ਗੱਲਾਂ ਬੋਲਦੇ ਬੋਲਦੇ ਜਾਨਕੀ ਜੀ ਜ਼ੋਰ-ਜ਼ੋਰ ਨਾਲ ਰੋਣ ਲੱਗੀ। ਉਹਨਾਂ ਨੂੰ ICU ਤੋਂ ਬਾਹਰ ਲਿਜਾਇਆ ਗਿਆ। ਆਖਿਰ ਉਹਨਾਂ ਨੂੰ ਵੀ ਕਾਫੀ ਕਮਜ਼ੋਰੀ ਆ ਗਈ ਸੀ। ਜਾਨਕੀ ਜੀ ਨੂੰ ਹਸਪੀਟਲ ਦੇ ਬੈੱਡ ਤੇ ਲਟਾ ਦਿੱਤਾ ਗਿਆ ਤੇ ਉਹਨਾਂ ਨੂੰ ਆਰਾਮ ਕਰਨ ਲਈ ਕਿਹਾ ਗਿਆ। ਰਾਮ ਲਾਲ ਜੀ ਦੀ ਚਿੰਤਾ ਹੀ ਜਾਨਕੀ ਜੀ ਨੂੰ ਖਾਏ ਜਾ ਰਹੀ ਸੀ। ਅੱਖਾਂ ਬੰਦ ਕਰਕੇ ਜਾਨਕੀ ਜੀ ਆਪਣੇ ਪਤੀ ਦੇ ਨਾਲ ਬਿਤਾਏ ਹੋਏ ਮਿੱਠੇ ਪਲਾਂ ਨੂੰ ਯਾਦ ਕਰ ਰਹੀ ਸੀ ਕਿ ਇੰਨੇ ਵਿੱਚ ਆਵਾਜ਼ ਆਈ। ਵੱਡੀ ਮਾਂ ਅੱਖਾਂ ਖੋਲ ਕੇ ਦੇਖਿਆ ਤਾਂ ਉਹਨਾਂ ਦਾ ਨੌਕਰ ਰਾਜੂ ਖੜਾ ਸੀ। ਜਾਨਕੀ ਜੀ ਦੀ ਇਹੋ ਜਿਹੀ ਹਾਲਤ ਦੇਖ ਕੇ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ। ਉਹ ਬੋਲਿਆ, ਖਾਣਾ ਖਾ ਲਵੋ ਵੱਡੀ ਮਾਂ ਜੀ। ਜਾਨਕੀ ਜੀ ਇੱਧਰ ਉੱਧਰ ਦੇਖਣ ਲੱਗੀ। ਆਸੇ-ਪਾਸੇ ਹੋਰ ਕੋਈ ਨਹੀਂ ਸੀ। ਰਾਜੂ ਬੋਲਿਆ, ਸਭ ਲੋਕ ਘਰੇ ਗਏ ਸੀ ਤਾਂ ਮੈਨੂੰ ਲੱਗਿਆ ਕਿ ਤੁਸੀਂ ਹਸਪੀਟਲ ਵਿੱਚ ਇਕੱਲੇ ਹੋ ਤਾਂ ਮੈਂ ਤੁਹਾਡਾ ਹਾਲ ਚਾਲ ਪੁੱਛਣ ਆ ਗਿਆ। ਆਉਂਦੇ ਆਉਂਦੇ ਥੋੜਾ ਖਾਣਾ ਵੀ ਲੈ ਆਇਆ। ਤੁਸੀਂ ਉੱਠੋ, ਹੁਣ ਖਾਣਾ ਖਾ ਲਵੋ। ਬਾਬੂ ਜੀ ਵੀ ਜਲਦੀ ਠੀਕ ਹੋ ਜਾਣਗੇ, ਤੁਸੀਂ ਚਿੰਤਾ ਨਾ ਕਰੋ। ਰਾਜੂ ਦਾ ਪਿਆਰ ਦੇਖ ਕੇ ਜਾਨਕੀ ਜੀ ਨੂੰ ਕੁਝ ਹੌਸਲਾ ਹੋਇਆ। ਉਹਨਾਂ ਨੂੰ ਲੱਗਾ ਕਿ ਕੋਈ ਉਹਨਾਂ ਦੇ ਨਾਲ ਖੜਾ ਹੈ। ਇਸ ਦੁੱਖ ਦੀ ਘੜੀ ਵਿੱਚ ਉਸੇ ਸਮੇਂ ਨਰਸ ਆ ਗਈ। ਉਸਨੇ ਕਿਹਾ, ਜਾਨਕੀ ਜੀ ਤੁਹਾਡੇ ਪਤੀ ਨੂੰ ਹੋਸ਼ ਆ ਗਿਆ ਹੈ। ਰਾਜੂ ਉਹਨਾਂ ਨੂੰ ਰਾਮ ਲਾਲ ਜੀ ਦੇ ਕੋਲ ਲੈ ਗਿਆ। ਰਾਮ ਲਾਲ ਜੀ ਹੋਸ਼ ਵਿੱਚ ਸੀ ਪਰ ਆਪਣੇ ਹੱਥ ਪੈਰ ਨਹੀਂ ਹਿਲਾ ਸਕਦੇ ਸੀ। ਇਹ ਦੇਖ ਕੇ ਜਾਨਕੀ ਜੀ ਦੁੱਖ ਅਤੇ ਚਿੰਤਾ ਨਾਲ ਭਰ ਗਏ, ਪਰ ਉਹ ਆਪਣੇ ਪਤੀ ਦੇ ਸਾਹਮਣੇ ਕਮਜ਼ੋਰ ਨਹੀਂ ਪੈਣਾ ਚਾਹੁੰਦੀ ਸੀ। ਇਸ ਲਈ ਤੁਰੰਤ ਆਪਣਾ ਦਰਦ ਆਪਣੀਆਂ ਅੱਖਾਂ ਵਿੱਚ ਸਮੇਟ ਕੇ ਰਾਮ ਲਾਲ ਜੀ ਦੇ ਵੱਲ ਦੇਖ ਕੇ ਹੱਸੀ ਤੇ ਬੋਲੀ, ਰੱਬ ਦਾ ਸ਼ੁਕਰ ਹੈ ਤੁਸੀਂ ਠੀਕ ਹੋ। ਹੁਣ ਅਸੀਂ ਜਲਦੀ ਹੀ ਆਪਣੇ ਘਰ ਚਲੇ ਜਾਵਾਂਗੇ। ਤਬੀਅਤ ਥੋੜੀ ਸੰਭਲਣ ਤੋਂ ਬਾਅਦ ਕੁਝ ਦਿਨਾਂ ਬਾਅਦ ਉਹਨਾਂ ਨੂੰ ਹਸਪੀਟਲ ਤੋਂ ਛੁੱਟੀ ਮਿਲ ਗਈ। ਉਹ ਦੋਨੋਂ ਘਰ ਤਾਂ ਆ ਗਏ ਪਰ ਰਾਮ ਲਾਲ ਜੀ ਹੁਣ ਵੀਲ ਚੇਅਰ ਤੇ ਆ ਚੁੱਕੇ ਸੀ। ਉਹ ਤੁਰਨ ਫਿਰਨ ਵਿੱਚ ਅਸਮਰਥ ਸੀ। ਘਰ ਵਿੱਚ ਆਉਣ ਤੋਂ ਬਾਅਦ ਤਾਂ ਜਿਵੇਂ ਜਾਨਕੀ ਜੀ ਤੇ ਰਾਮ ਲਾਲ ਜੀ ਦੀ ਜ਼ਿੰਦਗੀ ਹੀ ਪਲਟ ਗਈ ਹੋਵੇ। ਜੋ ਲੋਕ ਕਦੇ ਘਰ ਦੇ ਮੁਖੀਆ ਹੋਇਆ ਕਰਦੇ ਸੀ, ਇਸ ਘਰ ਦੀ ਰੌਣਕ ਹੋਇਆ ਕਰਦੇ ਸੀ, ਉਹ ਦੋਵੇਂ ਹੁਣ ਅਪੇਸ਼ਾ ਦੀਆਂ ਨਜ਼ਰਾਂ ਨਾਲ ਦੇਖੇ ਜਾਣ ਲੱਗੇ। ਬੱਚਿਆਂ ਨੂੰ ਆਪਣੇ ਮਾਤਾ ਪਿਤਾ ਬੋਝ ਲੱਗਣ ਲੱਗੇ।
ਰਾਮ ਲਾਲ ਜੀ ਦੀ ਦਵਾਈ ਪਾਣੀ ਸਭ ਜਾਨਕੀ ਜੀ ਹੀ ਕਰਦੀ ਸੀ। ਇੱਕ ਦਿਨ ਰਾਜੂ ਕਿਸੇ ਕੰਮ ਦੇ ਲਈ ਬਾਜ਼ਾਰ ਗਿਆ ਸੀ ਤਾਂ ਜਾਨਕੀ ਜੀ ਨੇ ਆਪਣੀ ਛੋਟੀ ਨੂੰਹ ਨੂੰ ਕਿਹਾ, ਆਪਣੇ ਬਾਬੂ ਜੀ ਦੇ ਲਈ ਘੱਟ ਨਮਕ ਮਿਰਚ ਵਾਲਾ ਦਲੀਆ ਬਣਾ ਦੇ। ਤਾਂ ਨੂੰਹ ਨੇ ਟਿਕਾ ਕੇ ਨਾਂ ਦਾ ਜਵਾਬ ਦੇ ਦਿੱਤਾ ਤੇ ਬੋਲੀ, ਮਾਂ ਜੀ ਸਾਨੂੰ ਹੋਰ ਵੀ ਬਹੁਤ ਸਾਰੇ ਕੰਮ ਨੇ ਅਤੇ ਪਿਛਲੇ ਕੁਝ ਦਿਨਾਂ ਤੋਂ ਜੋ ਘਰ ਦੀ ਹਾਲਤ ਚੱਲ ਰਹੀ ਸੀ ਅਸੀਂ ਕਿੱਟੀ ਪਾਰਟੀ ਵਿੱਚ ਵੀ ਨਹੀਂ ਜਾ ਸਕੇ। ਤੁਸੀਂ ਇਹ ਕੰਮ ਆਪ ਹੀ ਕਰ ਲਵੋ ਤਾਂ ਚੰਗਾ ਹੋਵੇਗਾ। ਇਹ ਕਹਿੰਦੇ ਹੋਏ ਨੂੰ ਤਿਆਰ ਹੋ ਕੇ ਕਿੱਟੀ ਪਾਰਟੀ ਵਿੱਚ ਚਲੀ ਗਈ। ਜਦੋਂ ਕਦੇ ਜਾਨਕੀ ਜੀ ਪੁੱਤਾਂ ਨੂੰ ਦਵਾਈ ਜਾਂ ਫਲ ਲਿਆਉਣ ਲਈ ਕਹਿੰਦੀ ਤਾਂ ਉਹ ਲੋਕ ਕੋਈ ਨਾ ਕੋਈ ਬਹਾਨਾ ਬਣਾ ਕੇ ਮਨਾ ਕਰ ਦਿੰਦੇ। ਪੁੱਤਾਂ ਦਾ ਸਾਥ ਦੇਣ ਲਈ ਨੂੰਹਾਂ ਵੀ ਆ ਜਾਂਦੀਆਂ। ਮਾਂ ਜੀ ਕਿੰਨਾ ਵੀ ਖਰਚ ਕਰ ਲਵੋ, ਹੁਣ ਸਹੁਰਾ ਜੀ ਤਾਂ ਠੀਕ ਹੋਣ ਵਾਲੇ ਨਹੀਂ ਹਨ, ਤਾਂ ਥੋੜਾ ਸੋਚ ਸਮਝ ਕੇ ਖਰਚੇ ਦੀ ਗੱਲ ਕਰਿਆ ਕਰੋ। ਇਹ ਤੀਰ ਵਰਗੀਆਂ ਗੱਲਾਂ ਨਾਲ ਮਾਂ ਦਾ ਕਲੇਜਾ ਸਲਣੀ ਹੋ ਜਾਂਦਾ ਏ। ਮਨ ਹੀ ਮਨ ਵਿੱਚ ਉਹ ਵੀ ਜਾਣਦੀ ਸੀ ਕਿ ਪੁੱਤਾਂ ਨੂੰ ਇਹ ਸਭ ਸਿਖਾਉਣ ਵਾਲੀਆਂ ਨੂੰਹਾਂ ਹੀ ਨੇ। ਉਹ ਸੋਚਣ ਲੱਗੀ ਕਿ ਇਹ ਉਹੀ ਪੁੱਤ ਨੇ ਜੋ ਛੋਟੇ-ਛੋਟੇ ਖਰਚਿਆਂ ਦੇ ਲਈ ਪਿਤਾ ਜੀ ਕਰਦੇ ਹੋਏ ਨਹੀਂ ਥੱਕਦੇ ਸੀ। ਹੁਣ ਪਿਤਾ ਜੀ ਲਾਚਾਰ ਹੋ ਗਏ ਨੇ, ਹਾਂ ਦੁੱਧ ਵਿੱਚੋਂ ਮੱਖੀ ਦੀ ਤਰ੍ਹਾਂ ਕੱਢ ਕੇ ਸੁੱਟ ਦਿੱਤੇ ਗਏ ਨੇ। ਪੁੱਤ ਨੂੰਹਾਂ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਜਾਨਕੀ ਜੀ ਆਪਣੇ ਕਮਰੇ ਵਿੱਚ ਆਈ ਤਾਂ ਦੇਖਿਆ ਕਿ ਰਾਮ ਲਾਲ ਜੀ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸੀ। ਰਾਮ ਲਾਲ ਜੀ ਜਾਨਕੀ ਨੂੰ ਦੇਖ ਕੇ ਬੋਲੇ, ਮੈਂ ਆਪਣੇ ਦੋਵਾਂ ਪੁੱਤਾਂ ਨੂੰ ਆਪਣੇ ਦੋਵੇਂ ਹੱਥ ਸਮਝਿਆ ਸੀ, ਪਰ ਮੁਸੀਬਤ ਵਿੱਚ ਇਹ ਦੋਵਾਂ ਪੁੱਤਾਂ ਨੇ ਸਾਡੀ ਪਰਵਰਿਸ਼ ਨੂੰ ਹੀ ਨਕਾਰ ਦਿੱਤਾ। ਪਰ ਜਾਨਕੀ ਤੂੰ ਮੇਰੀ ਚਿੰਤਾ ਨਾ ਕਰ, ਮੈਂ ਬਿਲਕੁਲ ਠੀਕ ਹਾਂ। ਉਹ ਤਿਜੋਰੀ ਦੀ ਚਾਬੀ ਕਿੱਥੇ ਗਈ? ਇੱਥੇ ਤਾਂ ਰੱਖੀ ਸੀ। ਇੱਧਰ ਉੱਧਰ ਦੇਖਦੇ ਹੋਏ ਜਾਨਕੀ ਜੀ ਬੋਲੀ। ਰਾਜੂ ਜੋ ਨਾਲ ਖੜਾ ਇਹ ਸਭ ਗੱਲਾਂ ਸੁਣ ਰਿਹਾ ਸੀ, ਜਾਨਕੀ ਜੀ ਨੂੰ ਬੋਲਿਆ, ਸਵੇਰੇ ਹੀ ਤਾਂ ਛੋਟੀ ਭਾਬੀ ਤੇ ਵੱਡੀ ਭਾਬੀ ਕਮਰੇ ਵਿੱਚ ਆਏ ਸੀ, ਕੀ ਪਤਾ ਉਹਨਾਂ ਨੇ ਲੈ ਲਈ ਹੋਵੇ ਚਾਬੀ। ਇਹ ਸੁਣਦੇ ਹੀ ਜਾਨਕੀ ਜੀ ਚੌਂਕ ਗਏ, ਪਰ ਖੁਦ ਨੂੰ ਸੰਭਾਲਦੇ ਹੋਏ ਨੂੰਹਾਂ ਦੇ ਕੋਲ ਪਹੁੰਚੀ। ਨੂੰ ਉਹ ਤਿਜੋਰੀ ਦੀ ਚਾਬੀ ਕੀ ਤੇਰੇ ਕੋਲ ਹੈ? ਨੂੰਹਾਂ ਤਾਂ ਜਿਵੇਂ ਤਿਆਰ ਹੀ ਖੜੀਆਂ ਸੀ ਲੜਨ ਨੂੰ। ਮਾਂ ਜੀ ਤੁਸੀਂ ਤਾਂ ਪੈਸਾ ਲਟਾਉਣ ਵਿੱਚ ਇਸ ਤਰ੍ਹਾਂ ਲੱਗੇ ਹੋਏ ਹੋ ਜਿਵੇਂ ਕਿ ਪੈਸੇ ਦਰਖਤਾਂ ਨੂੰ ਲੱਗਦੇ ਹੋਣ। ਹੁਣ ਤਾਂ ਤੁਹਾਡੇ ਪਤੀ ਦੀ ਕਮਾਈ ਵੀ ਨਹੀਂ ਰਹੀ, ਇਸ ਲਈ ਪੈਸੇ ਨੂੰ ਕਿਵੇਂ ਬਚਾਉਣਾ ਹੈ ਇਹ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਹੁਣ ਉਹ ਚਾਬੀ ਤੁਹਾਨੂੰ ਨਹੀਂ ਮਿਲੇਗੀ। ਨੂੰਹਾਂ ਦਾ ਬੇਸ਼ਰਮੀ ਭਰਾ ਜਵਾਬ ਸੁਣ ਕੇ ਉਹਨਾਂ ਨੂੰ ਹੈਰਾਨੀ ਨਾਲ ਦੇਖ ਰਹੀ ਸੀ। ਅਗਲੇ ਦਿਨ ਜਦੋਂ ਜਾਨਕੀ ਜੀ ਸੌਂ ਕੇ ਉੱਠੀ ਤਾਂ ਦੇਖਿਆ ਰਾਮ ਲਾਲ ਜੀ ਨੂੰ ਥੋੜਾ ਬੁਖਾਰ ਸੀ। ਜਾਨਕੀ ਜੀ ਨੇ ਜਾ ਕੇ ਆਪਣੇ ਪੁੱਤਾਂ ਨੂੰ ਕਿਹਾ, ਤੁਹਾਡੇ ਪਿਤਾ ਜੀ ਨੂੰ ਹਸਪੀਟਲ ਲੈ ਕੇ ਜਾਣਾ ਹੈ, ਬੁਖਾਰ ਹੋਇਆ ਲੱਗਦਾ ਹੈ। ਉਹਨਾਂ ਨੂੰ ਬੁਖਾਰ ਹੋਇਆ ਲੱਗਦਾ ਹੈ ਤੇ ਰੂਟੀਨ ਚੈੱਕਅਪ ਵੀ ਕਰਵਾਉਣਾ ਹੈ, ਤਾਂ ਗੱਡੀ ਲੈ ਚੱਲੋ। ਇੰਨੇ ਵਿੱਚ ਛੋਟੇ ਪੁੱਤ ਦਾ ਜਵਾਬ ਸੀ, ਗੱਡੀ ਵਿੱਚ ਪੈਟਰੋਲ ਨਹੀਂ ਹੈ, ਤੁਹਾਨੂੰ ਤਾਂ ਪਤਾ ਹੀ ਹੈ ਘਰ ਵਿੱਚ ਪੈਸਿਆਂ ਦੀ ਕਿੰਨੀ ਤੰਗੀ ਚੱਲ ਰਹੀ ਹੈ। ਉੱਪਰੋਂ ਪਿਤਾ ਜੀ ਸਭ ਕੰਮ ਧੰਦਾ ਛੱਡ ਕੇ ਘਰ ਬੈਠ ਗਏ। ਇੰਨੇ ਵਿੱਚ ਵੱਡਾ ਪੁੱਤ ਵੀ ਆ ਗਿਆ, ਬੋਲਿਆ, ਹਾਂ ਤੂੰ ਸਮਝਦੀ ਕਿਉਂ ਨਹੀਂ ਹੈ, ਅਸੀਂ ਨੌਕਰੀ ਪੇਸ਼ੇ ਵਾਲੇ ਲੋਕ ਹਾਂ, ਇੰਨਾ ਟਾਈਮ ਨਹੀਂ ਹੁੰਦਾ ਸਾਡੇ ਕੋਲੇ, ਕੀ ਇਹ ਫਾਲਤੂ ਦੇ ਕੰਮ ਕਰਦੇ ਰਹੀਏ। ਰਾਜੂ ਨੂੰ ਕਹਿ ਕੇ ਆਟੋ ਬੁਲਾ ਲਵੋ ਤੇ ਪਿਤਾ ਜੀ ਨੂੰ ਲੈ ਕੇ ਚਲੇ ਜਾਓ। ਜਾਨਕੀ ਜੀ ਅਪਮਾਨ ਦਾ ਘੁੱਟ ਪੀ ਕੇ ਚੁੱਪਚਾਪ ਖੜੀ ਸੀ। ਉਹਨਾਂ ਨੇ ਉਸ ਸਮੇਂ ਕੁਝ ਵੀ ਬੋਲਣਾ ਠੀਕ ਨਾ ਸਮਝਿਆ। ਇੰਨੇ ਵਿੱਚ ਰਾਜੂ ਨੇ ਆਵਾਜ਼ ਮਾਰੀ, ਮਾਂ ਜੀ ਆ ਜਾਓ, ਮੈਂ ਆਟੋ ਬੁਲਾ ਕੇ ਲੈ ਆਇਆ ਹਾਂ। ਜਾਂਦੇ ਹੋਏ ਜਾਨਕੀ ਜੀ ਨੇ ਰਾਜੂ ਨੂੰ ਕਿਹਾ, ਪਰ ਬੇਟਾ ਮੇਰੇ ਕੋਲ ਤਾਂ ਪੈਸੇ ਵੀ ਨਹੀਂ ਦਵਾਈ ਅਤੇ ਫਲ ਲਿਆਉਣ ਨੂੰ, ਮੈਂ ਪੈਸੇ ਲੈ ਲਏ ਨੇ, ਤਨਖਾਹ ਵਿੱਚੋਂ ਕੁਝ ਬਚੇ ਹੋਏ ਸੀ, ਪੂਰੇ ਹੋ ਜਾਣਗੇ। ਇਹੀ ਕਹਿੰਦੇ ਹੋਏ ਰਾਜੂ ਰਾਮ ਲਾਲ ਦੀ ਵੀਲ ਚੇਅਰ ਨੂੰ ਖਿੱਚਦੇ ਹੋਏ ਲੈ ਗਿਆ। ਕਹਿਣ ਨੂੰ ਤਾਂ ਰਾਜੂ ਇੱਕ ਨੌਕਰ ਸੀ, ਪਰ ਜਾਨਕੀ ਜੀ ਅਤੇ ਰਾਮ ਲਾਲ ਜੀ ਦੀ ਸੇਵਾ ਉਹਨਾਂ ਦੇ ਬੱਚਿਆਂ ਨਾਲੋਂ ਵੱਧ ਕੇ ਕਰ ਰਿਹਾ ਸੀ। ਆਟੋ ਵਿੱਚ ਜਾਨਕੀ ਜੀ ਰਾਜੂ ਨੂੰ ਕਹਿਣ ਲੱਗੀ,
ਮੁਸੀਬਤ ਵਿੱਚ ਜਦ ਆਪਣਿਆਂ ਨੇ ਪੱਲਾ ਝਾੜ ਲਿਆ, ਉਦੋਂ ਤੂੰ ਆਪਣਿਆਂ ਨਾਲੋਂ ਵੀ ਜ਼ਿਆਦਾ ਖਿਆਲ ਰੱਖਿਆ ਹੈ ਸਾਡਾ। ਇਹ ਗੱਲ ਸੁਣ ਕੇ ਰਾਜੂ ਬੋਲਿਆ, ਮਾਂ ਜੀ, ਮੇਰੇ ਬਚਪਨ ਤੋਂ ਹੀ ਮਾਂ-ਬਾਪ ਨਹੀਂ ਸੀ। ਮੇਰੀ ਦਾਦੀ ਨੇ ਹੀ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ। ਹੁਣ ਉਹ ਵੀ ਚੱਲ ਵਸੀ। ਮੈਨੂੰ ਤੁਹਾਡੇ ਦੋਨਾਂ ਵਿੱਚ ਹੀ ਆਪਣੇ ਮਾਤਾ-ਪਿਤਾ ਦੀ ਪਰਛਾਈ ਨਜ਼ਰ ਆਉਂਦੀ ਹੈ। ਇਹ ਗੱਲ ਕਰਦੇ ਹੋਏ ਰਾਜੂ ਦੀਆਂ ਅੱਖਾਂ ਭਰ ਆਈਆਂ। ਹਸਪੀਟਲ ਵਿੱਚ ਡਾਕਟਰ ਨੇ ਰਾਮ ਲਾਲ ਜੀ ਦੇ ਲਈ ਕੁਝ ਖਾਸ ਡਾਈਟ ਅਤੇ ਐਕਸਰਸਾਈਜ਼ ਦੱਸੀ। ਰਾਜੂ ਨੇ ਸਭ ਕੁਝ ਚੰਗੀ ਤਰ੍ਹਾਂ ਸਮਝ ਲਿਆ। ਵਾਪਸ ਘਰ ਆਉਂਦੇ ਹੋਏ ਰਸਤੇ ਵਿੱਚ ਆਟੋ ਰੁਕਵਾ ਕੇ ਰਾਜੂ ਨੇ ਦਵਾਈਆਂ, ਫਲ ਅਤੇ ਜ਼ਰੂਰੀ ਸਮਾਨ ਖਰੀਦ ਲਿਆ। ਰਾਜੂ ਨੇ ਉਹਨਾਂ ਦੇ ਖਾਣ ਪੀਣ ਦਾ ਪੂਰੀ ਚੰਗੀ ਤਰ੍ਹਾਂ ਧਿਆਨ ਰੱਖਿਆ। ਕੁਝ ਹੀ ਦਿਨਾਂ ਵਿੱਚ ਰਾਮ ਲਾਲ ਜੀ ਵੀ ਠੀਕ ਹੋਣ ਲੱਗੇ। ਜਦੋਂ ਉਹਨਾਂ ਦੀ ਸਿਹਤ ਥੋੜੀ ਠੀਕ ਹੋਈ, ਇੱਕ ਦਿਨ ਰਾਮ ਲਾਲ ਜੀ ਨੇ ਆਪਣੇ ਦੋਨਾਂ ਪੁੱਤਰਾਂ ਨੂੰ ਹਾਲ ਵਿੱਚ ਬੁਲਾਇਆ। ਹਾਲ ਵਿੱਚ ਆਉਂਦੇ ਹੀ ਉਹਨਾਂ ਦੇ ਪੁੱਤ ਬੋਲੇ ਕਿ ਪਿਤਾ ਜੀ, ਤੁਹਾਨੂੰ ਤਾਂ ਕੋਈ ਕੰਮ ਧੰਦਾ ਨਹੀਂ ਹੈ ਤੇ ਤੁਸੀਂ ਸਾਰਾ ਦਿਨ ਸਾਨੂੰ ਹੀ ਪਰੇਸ਼ਾਨ ਕਰਦੇ ਰਹਿੰਦੇ ਹੋ। ਦੋਵੇਂ ਪੁੱਤ ਚੀਕਦੇ ਚਲਾਉਂਦੇ ਆਪਣੇ ਕਮਰਿਆਂ ਤੋਂ ਬਾਹਰ ਆਏ। ਸਾਹਮਣੇ ਦੇਖਿਆ ਤਾਂ ਚੌਂਕ ਗਏ। ਸਾਹਮਣੇ ਸੋਫੇ ਤੇ ਮਾਂ ਪਿਤਾ ਦੇ ਨਾਲ ਦੋ ਅਣਜਾਣ ਸ਼ਖਸ ਬੈਠੇ ਸੀ ਤੇ ਰਾਮ ਲਾਲ ਜੀ ਦੇ ਚਿਹਰੇ ਤੇ ਗਜ਼ਬ ਦਾ ਆਤਮ ਵਿਸ਼ਵਾਸ ਝਲਕ ਰਿਹਾ ਸੀ। ਤੁਹਾਨੂੰ ਸ਼ਾਇਦ ਪਤਾ ਨਹੀਂ ਹੈ, ਅੱਜ ਸਾਡੀ ਸ਼੍ਰੀਮਤੀ ਜਾਨਕੀ ਜੀ ਦਾ ਜਨਮ ਦਿਨ ਹੈ। ਇਹੀ ਮੌਕੇ ਤੇ ਇਹ ਸਾਰਾ ਇੰਤਜ਼ਾਮ ਕੀਤਾ ਹੈ ਅੱਜ ਅਸੀਂ। ਇਹ ਕਹਿੰਦੇ ਹੋਏ ਰਾਮ ਲਾਲ ਜੀ ਨੇ ਜਾਨਕੀ ਜੀ ਦੇ ਨਾਲ ਕੇਕ ਕੱਟਿਆ। ਜਾਨਕੀ ਜੀ ਨੂੰ ਗਿਫਟ ਦਿੰਦੇ ਹੋਏ ਬੋਲੇ, ਇਹ ਲਓ ਸ਼੍ਰੀਮਤੀ ਜੀ, ਤੁਹਾਡੇ ਲਈ ਆਪਣੀ ਪਸੰਦ ਦੀ ਮਹਿੰਗੇ ਵਾਲੀ ਸਿਲਕ ਦੀ ਸਾੜੀ ਲਿਆਇਆ ਹਾਂ। ਇਹ ਸਭ ਕੁਝ ਦੇਖ ਕੇ ਦੋਵੇਂ ਨੂੰਹਾਂ ਦੇ ਮੂੰਹ ਖੁੱਲੇ ਦੇ ਖੁੱਲੇ ਰਹਿ ਗਏ। ਕੀ ਹੋਇਆ, ਹੈਰਾਨ ਹੋ ਗਏ ਕਿ ਇਸ ਲਾਚਾਰ ਨਿਠੱਲੇ ਬੁੱਢੇ ਕੋਲ ਇੰਨੇ ਪੈਸੇ ਕਿੱਥੋਂ ਆ ਗਏ। ਚਲੋ ਅੱਜ ਤੁਹਾਨੂੰ ਸਾਰਿਆਂ ਨੂੰ ਹੀ ਸਰਪ੍ਰਾਈਜ਼ ਕਰ ਦਿੰਦੇ ਹਾਂ। ਰਾਮ ਲਾਲ ਜੀ ਨੇ ਆਪਣੇ ਨਾਲ ਖੜੇ ਦੋਵੇਂ ਵਿਅਕਤੀਆਂ ਦੀ ਜਾਣਕਾਰੀ ਦਿੱਤੀ। ਇਹ ਦੋਵੇਂ ਮੇਰੇ ਵਕੀਲ ਦੋਸਤ ਹਨ, ਜਿਨ੍ਹਾਂ ਨੂੰ ਮੈਂ ਵਸੀਅਤ ਦਾ ਬਟਵਾਰਾ ਕਰਨ ਲਈ ਬੁਲਾਇਆ ਹੈ। ਇਹ ਨੇ ਦਮੋਦਰ ਜੀ, ਜਿਨ੍ਹਾਂ ਨੂੰ ਮੈਂ ਆਪਣੀ ਵਸੀਅਤ ਦਾ ਬਟਵਾਰਾ ਕਰਨ ਲਈ ਬੁਲਾਇਆ ਏ, ਤੇ ਇਹ ਨੇ ਰਕੇਸ਼ ਜੀ, ਜਿਨ੍ਹਾਂ ਨੂੰ ਮੈਂ ਇਹ ਮਕਾਨ 1 ਕਰੋੜ 20 ਲੱਖ ਵਿੱਚ ਵੇਚ ਦਿੱਤਾ ਹੈ। ਇੰਨਾ ਕਹਿਣ ਦੀ ਦੇਰ ਸੀ ਕਿ ਪੁੱਤਾਂ ਅਤੇ ਨੂੰਹਾਂ ਦੇ ਸਿਰ ਤੇ ਆਸਮਾਨ ਟੁੱਟ ਪਿਆ। ਪਰ ਪਿਤਾ ਜੀ, ਤੁਸੀਂ ਬਿਨਾਂ ਸਾਡੀ ਰਜ਼ਾਮੰਦੀ ਤੋਂ ਐਵੇਂ ਕਿਵੇਂ ਕਰ ਸਕਦੇ ਹੋ? ਮੇਰੀ ਗੱਲ ਹਜੇ ਖਤਮ ਨਹੀਂ ਹੋਈ। ਰਾਮ ਲਾਲ ਜੀ ਅੱਜ ਬੋਲਦੇ ਹੀ ਜਾ ਰਹੇ ਸੀ ਤੇ ਕਿਸੇ ਦੀ ਵੀ ਹਿੰਮਤ ਨਹੀਂ ਸੀ ਅੱਜ ਉਹਨਾਂ ਨੂੰ ਰੋਕਣ ਦੀ। ਰਾਮ ਲਾਲ ਜੀ ਨੇ ਵਕੀਲ ਸਾਹਿਬ ਨੂੰ ਵਸੀਅਤ ਪੜ੍ਹ ਕੇ ਸੁਣਾਉਣ ਨੂੰ ਕਿਹਾ। ਉਸ ਵਿੱਚ ਲਿਖਿਆ ਸੀ, ਮੈਂ ਆਪਣੀ ਦੁਕਾਨ ਤੋਂ ਆਪਣੇ ਪੁੱਤਾਂ ਅਤੇ ਨੂੰਹਾਂ ਨੂੰ ਬੇਦਖਲ ਕਰਦਾ ਹਾਂ। ਉਸ ਉੱਤੇ ਅੱਜ ਤੋਂ ਰਾਜੂ ਦਾ ਹੱਕ ਹੋਵੇਗਾ। ਉਹੀ ਹੁਣ ਮੇਰਾ ਕਾਰੋਬਾਰ ਸੰਭਾਲੇਗਾ। ਇਸ ਮਕਾਨ ਨੂੰ ਜੋ ਵੇਚਣ ਤੇ ਪੈਸਾ ਆਵੇਗਾ, ਉਸ ਦਾ ਅੱਧਾ ਹਿੱਸਾ ਮੈਂ ਆਪਣੇ ਪੋਤਾ ਪੋਤੀ ਦੇ ਨਾਮ ਜਮ੍ਹਾਂ ਕਰਵਾ ਦੇਵਾਂਗਾ, ਜੋ ਕਿ ਉਹਨਾਂ ਦੇ ਬਾਲਗ ਹੋਣ ਤੇ ਉਹਨਾਂ ਨੂੰ ਮਿਲ ਜਾਵੇਗਾ। ਤੇ ਬਾਕੀ ਦੀ ਰਕਮ ਨਾਲ ਇੱਕ ਛੋਟਾ ਜਿਹਾ ਮਕਾਨ ਖਰੀਦ ਰਿਹਾ ਹਾਂ, ਜਿਸ ਵਿੱਚ ਮੈਂ ਤੇ ਮੇਰੀ ਪਤਨੀ ਅਤੇ ਰਾਜੂ ਅਸੀਂ ਤਿੰਨੇ ਰਹਾਂਗੇ ਅਤੇ ਮੇਰੇ ਪੋਤਾ ਪੋਤੀ ਲਈ ਸਾਡੇ ਘਰ ਦੇ ਦਰਵਾਜ਼ੇ ਹਮੇਸ਼ਾ ਲਈ ਖੁੱਲੇ ਰਹਿਣਗੇ। ਫਿਰ ਰਾਮ ਲਾਲ ਜੀ ਨੇ ਕਿਹਾ ਕਿ ਤੁਹਾਡੇ ਕੋਲ ਸਿਰਫ 10 ਦਿਨਾਂ ਦਾ ਟਾਈਮ ਹੈ ਆਪਣੇ ਰਹਿਣ ਦਾ ਇੰਤਜ਼ਾਮ ਕਿਤੇ ਹੋਰ ਕਰਨ ਲਈ, ਕਿਉਂਕਿ 10 ਦਿਨ ਬਾਅਦ ਇਸ ਘਰ ਤੇ ਰਕੇਸ਼ ਜੀ ਦਾ ਹੱਕ ਹੋਵੇਗਾ। ਮੈਂ ਹਲੇ ਤੱਕ ਤਾਂ ਇਸ ਵਹਿਮ 'ਚ ਸੀ ਕਿ ਮੇਰੇ 2 ਬੇਟੇ ਨੇ ਜੋ ਬਹੁਤ ਹੀ ਹੋਣਹਾਰ ਨੇ, ਪਰ ਇੱਥੇ ਤਾਂ ਸਭ ਆਪਣੇ ਆਪਣੇ ਸਵਾਰਥ ਵਿੱਚ ਜੀ ਰਹੇ ਨੇ। ਸ਼ੁਕਰ ਹੈ ਮਾਲਕ ਦਾ ਜੋ ਸਾਨੂੰ ਇਹ ਦੁੱਖ ਦਿੱਤਾ, ਜਿਸ ਦੇ ਕਾਰਨ ਨਾਲ ਮੈਨੂੰ ਦੁਨੀਆ ਦੀ ਅਸਲੀਅਤ ਸਾਫ਼-ਸਾਫ਼ ਦਿਖਾਈ ਦੇਣ ਲੱਗੀ। ਮੁਸੀਬਤ ਦੇ ਟਾਈਮ ਵਿੱਚ ਤੁਹਾਨੂੰ ਸਿਰਫ ਪੈਸਾ ਹੀ ਪੈਸਾ ਦਿਖ ਰਿਹਾ ਸੀ। ਮੈਂ ਤਾਂ ਕਦੋਂ ਦਾ ਇਸ ਦੁਨੀਆ ਤੋਂ ਚਲਾ ਗਿਆ ਹੁੰਦਾ। ਆਪਣੇ ਲਾਚਾਰ ਬੇਕਾਰ ਅਪਾਹਿਜ ਸਰੀਰ ਦੇ ਨਾਲ ਕਦੋਂ ਤੱਕ ਜਿਉਂਦਾ ਰਹਿੰਦਾ। ਇਹ ਸਭ ਮੇਰੀ ਪਤਨੀ ਅਤੇ ਰਾਜੂ ਦੀ ਸੇਵਾ ਦਾ ਹੀ ਫਲ ਹੈ, ਜੋ ਮੈਂ ਅੱਜ ਤੁਹਾਡੇ ਸਾਹਮਣੇ ਤੰਦਰੁਸਤ ਖੜਾ ਹਾਂ। ਅਸਲ ਵਿੱਚ ਬੇਟੇ ਦਾ ਫਰਜ਼ ਰਾਜੂ ਨੇ ਨਿਭਾਇਆ ਹੈ। ਪਿਤਾ ਜੀ, ਉਹ ਨੌਕਰ ਹੈ, ਉਸ ਨੂੰ ਨੌਕਰ ਦੀ ਜਗ੍ਹਾ ਤੇ ਹੀ ਰੱਖੋ। ਤੁਹਾਡੇ ਪੁੱਤ ਅਸੀਂ ਹਾਂ।
ਵੱਡੇ ਪੁੱਤ ਨੇ ਕਿਹਾ। ਪੁੱਤ ਦੀ ਗੱਲ ਸੁਣ ਕੇ ਰਾਮ ਲਾਲ ਜੀ ਬੋਲੇ, ਬਣੀ ਹੋਈ ਤਨਖਾਹ ਤੋਂ ਇਲਾਵਾ ਦਿੱਤਾ ਹੀ ਕੀ ਹੈ ਮੈਂ ਰਾਜੂ ਨੂੰ, ਪਰ ਰਾਜੂ ਨੇ ਤਾਂ ਜੀਵਨ ਦਾਨ ਦਿੱਤਾ ਹੈ ਮੈਨੂੰ। ਮੇਰੀ ਅਤੇ ਮੇਰੀ ਪਤਨੀ ਦੀ ਬੁਢਾਪੇ ਦੀ ਲਾਠੀ ਬਣਿਆ ਹੈ। ਹੁਣ ਦੋਵੇਂ ਪੁੱਤ ਅਤੇ ਨੂੰਹਾਂ ਮਾਂ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਣ ਲੱਗੇ ਤੇ ਬੋਲੇ, ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ, ਤੁਸੀਂ ਹੀ ਸਮਝਾਓ ਕੁਝ ਪਿਤਾ ਜੀ ਨੂੰ, ਅਸੀਂ ਤੁਹਾਡੇ ਹੀ ਬੱਚੇ ਹਾਂ। ਇਹ ਗੱਲ ਉਦੋਂ ਯਾਦ ਕਿਉਂ ਨਹੀਂ ਸੀ ਜਦੋਂ ਤੁਹਾਡੇ ਸਾਹਮਣੇ ਲਾਚਾਰ ਹੋ ਕੇ ਮੈਂ ਤੁਹਾਡੇ ਪਿਤਾ ਜੀ ਦੀ ਜ਼ਿੰਦਗੀ ਦੀ ਭੀਖ ਮੰਗ ਰਹੀ ਸੀ। ਰਾਮ ਲਾਲ ਜੀ ਦੇ ਨੂੰਹ ਅਤੇ ਪੁੱਤਾਂ ਨੇ ਬਹੁਤ ਮਿਹਨਤਾਂ ਕੀਤੀਆਂ, ਪਰ ਅੰਤ ਵਿੱਚ ਉਹੀ ਹੋਇਆ ਜੋ ਰਾਮ ਲਾਲ ਜੀ ਨੇ ਵਸੀਅਤ ਵਿੱਚ ਲਿਖਿਆ ਸੀ। ਪੁੱਤ ਨੂੰਹਾਂ ਨੂੰ ਆਪਣੇ ਕੀਤੇ ਦੀ ਸਜ਼ਾ ਅਤੇ ਸਬਕ ਦੋਵੇਂ ਮਿਲ ਚੁੱਕੇ ਸੀ। ਸੋ ਉਮੀਦ ਕਰਦੇ ਹਾਂ ਦੋਸਤੋ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ। ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ।